बैंक च नौकरी करन वाला अमित शाह किवें पहुंचिया भारत दे सिंघासन तक। किस दे कतल च अमित शाह गया सी जेल। अदालत ने क्यों लाई सी अमित शाह दे गुजरात च वड़न ते रोक। सत श्री अकाल, तुसी जुड़े हुए हो RMB टैलीविजन दे नाल ते मैं परमेश सिंह। 2014 ਦੇ ਵਿੱਚ ਗੁਜਰਾਤ ਤੋਂ ਦਿੱਲੀ ਇੱਕ ਅਜਿਹੀ ਜੋੜੀ ਆਉਂਦੀ ਹੈ ਜੋ ਰਾਜਨੀਤੀ ਦਾ ਸਰੂਪ ਹੀ ਬਦਲ ਕੇ ਰੱਖ ਦਿੰਦੀ ਹੈ ਤੇ ਅੱਜ ਦੀ ਹਰ ਇੱਕ ਵੱਡੀ ਖਬਰ ਇਸ ਜੋੜੀ ਦੇ ਇਰਦ ਗਿਰਦ ਘੁੰਮਦੀ ਹੈ। ਤੁਸੀਂ ਸਮਝ ਹੀ ਗਏ ਹੋਵੋਗੇ ਅਸੀਂ ਗੱਲ ਕਰ ਰਹੇ ਹਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ। 2014 ਦੇ ਵਿੱਚ ਕੇਂਦਰ ਦੇ ਵਿੱਚ ਭਾਜਪਾ ਦੀ ਸਰਕਾਰ ਬਣਦੀ ਹੈ। ਨਰਿੰਦਰ ਮੋਦੀ ਦੇਸ਼ ਦੇ ਪ੍ਰਧਾਨ ਮੰਤਰੀ ਬਣਦੇ ਨੇ ਤੇ ਅਮਿਤ ਸ਼ਾਹ ਭਾਜਪਾ ਦੇ ਪ੍ਰਧਾਨ ਲਾਏ ਜਾਂਦੇ ਨੇ ਤੇ ਉਹਨਾਂ ਦੀ ਅਗਵਾਈ ਦੇ ਵਿੱਚ 2015 ਦੇ ਵਿੱਚ ਭਾਜਪਾ ਦੁਨੀਆ ਦੀ ਸਭ ਤੋਂ ਵੱਡੀ ਰਾਜਨੀਤਿਕ ਪਾਰਟੀ ਬਣਦੀ ਹੈ। ਤੇ ਅੱਜ ਤੁਹਾਨੂੰ ਅਸੀਂ ਦੱਸਣ ਜਾ ਰਹੇ ਹਾਂ ਅਮਿਤ ਸ਼ਾਹ ਦਾ ਜੀਵਨ, ਉਹਨਾਂ ਦਾ ਜਨਮ ਕਿੱਥੇ ਹੁੰਦਾ ਹੈ, ਉਹਨਾਂ ਦੇ ਉੱਪਰ ਕਿਹੜੇ-ਕਿਹੜੇ ਇਲਜ਼ਾਮ ਲੱਗਦੇ ਨੇ ਤੇ ਕਿਵੇਂ ਇੱਕ ਸ਼ੇਅਰ ਬ੍ਰੋਕਰ ਤੋਂ ਭਾਰਤ ਦੇ ਗ੍ਰਹਿ ਮੰਤਰੀ ਬਣ ਜਾਂਦੇ ਨੇ। ਅਮਿਤ ਸ਼ਾਹ ਦਾ ਜਨਮ ਜੈਨ ਗੁਜਰਾਤੀ ਪਰਿਵਾਰ ਦੇ ਵਿੱਚ 22 ਅਕਤੂਬਰ 1964 ਨੂੰ ਮੁੰਬਈ ਦੇ ਵਿੱਚ ਹੁੰਦਾ ਹੈ। ਇਹਨਾਂ ਦੇ ਪਿਤਾ ਅਨਿਲ ਚੰਦਰ ਸ਼ਾਹ ਮਾਨਸਾ ਦੇ ਵਿੱਚ ਇੱਕ ਵਪਾਰੀ ਹੁੰਦੇ ਨੇ ਤੇ ਉਹ ਇੱਕ ਸਫਲ PVC ਪਾਈਪ ਦਾ ਕਾਰੋਬਾਰ ਕਰਦੇ ਨੇ। ਦੱਸ ਦਿੰਦੇ ਆ ਕਿ ਇਹ ਮਾਨਸਾ ਪੰਜਾਬ ਵਾਲਾ ਨਹੀਂ ਸਗੋਂ ਗੁਜਰਾਤ ਦਾ ਇੱਕ ਸ਼ਹਿਰ ਹੈ ਮਾਨਸਾ, ਉੱਥੋਂ ਦੇ ਵਪਾਰੀ ਹੁੰਦੇ ਨੇ। ਇਸ ਤੋਂ ਬਾਅਦ ਉਹ BSc ਦੇ ਵਿੱਚ ਗ੍ਰੈਜੂਏਸ਼ਨ ਕਰਦੇ ਨੇ ਤੇ ਬਾਇਓਕੈਮਿਸਟਰੀ ਦੇ ਨਾਲ ਉਹ ਡਿਗਰੀ ਹਾਸਲ ਕਰਦੇ ਨੇ। ਇਸ ਤੋਂ ਬਾਅਦ ਉਹ ਅਹਿਮਦਾਬਾਦ ਦੇ ਇੱਕ ਸਹਿਕਾਰੀ ਬੈਂਕ ਦੇ ਵਿੱਚ ਕੰਮ ਕਰਦੇ ਨੇ ਤੇ ਨਾਲ ਦੀ ਨਾਲ ਉਹ ਸ਼ੇਅਰ ਬ੍ਰੋਕਰ ਦੇ ਵਜੋਂ ਵੀ ਕੰਮ ਕਰਨਾ ਸ਼ੁਰੂ ਕਰ ਦਿੰਦੇ ਨੇ। ਹੁਣ ਤੁਹਾਨੂੰ ਦੱਸਦੇ ਹਾਂ ਕਿ ਉਹਨਾਂ ਨੇ ਆਪਣਾ ਰਾਜਨੀਤਿਕ ਸਫ਼ਰ ਕਦੋਂ ਸ਼ੁਰੂ ਕੀਤਾ। ਅਮਿਤ ਸ਼ਾਹ ਨੇ 1983 ਦੇ ਵਿੱਚ ਭਾਜਪਾ ਦੇ ਵਿਦਿਆਰਥੀ ਵਿੰਗ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਦੇ ਨੇਤਾ ਦੇ ਰੂਪ ਵਿੱਚ ਆਪਣਾ ਰਾਜਨੀਤਿਕ ਸਫ਼ਰ ਸ਼ੁਰੂ ਕੀਤਾ। ਉਹ ਨਰਿੰਦਰ ਮੋਦੀ ਦੇ ਭਾਜਪਾ ਦੇ ਵਿੱਚ ਸ਼ਾਮਲ ਹੋਣ ਤੋਂ 1 ਸਾਲ ਪਹਿਲਾਂ 1986 ਦੇ ਵਿੱਚ ਭਾਜਪਾ ਦੇ ਵਿੱਚ ਸ਼ਾਮਲ ਹੁੰਦੇ ਨੇ ਤੇ ਉਹਨਾਂ ਨੇ 1991 ਦੀਆਂ ਲੋਕ ਸਭਾ ਚੋਣਾਂ ਦੇ ਦੌਰਾਨ ਗਾਂਧੀ ਨਗਰ ਵਿੱਚ ਲਾਲ ਕ੍ਰਿਸ਼ਨ ਅਡਵਾਨੀ ਦੇ ਲਈ ਵੀ ਪ੍ਰਚਾਰ ਕੀਤਾ। 1995 ਦੇ ਵਿੱਚ ਭਾਜਪਾ ਨੇ ਪਹਿਲੀ ਵਾਰ ਗੁਜਰਾਤ ਦੇ ਵਿੱਚ ਆਪਣੀ ਸਰਕਾਰ ਬਣਾਈ ਤੇ ਮੁੱਖ ਮੰਤਰੀ ਕੇਸ਼ਵ ਭਾਈ ਪਟੇਲ ਬਣਦੇ ਨੇ। ਇਸ ਤੋਂ ਬਾਅਦ ਮੋਦੀ ਅਤੇ ਸ਼ਾਹ ਨੇ ਪੇਂਡੂ ਖੇਤਰਾਂ ਦੇ ਵਿੱਚ ਕਾਂਗਰਸ ਨੂੰ ਖਤਮ ਕਰਨ ਦੇ ਲਈ ਮਿਲ ਕੇ ਕੰਮ ਕੀਤਾ ਤੇ 1999 ਦੇ ਵਿੱਚ ਸ਼ਾਹ ਨੂੰ ਅਹਿਮਦਾਬਾਦ ਜ਼ਿਲ੍ਹਾ ਸਹਿਕਾਰੀ ਬੈਂਕ ਦਾ ਪ੍ਰਧਾਨ ਚੁਣਿਆ ਗਿਆ ਜੋ ਕਿ ਭਾਰਤ ਦਾ ਸਭ ਤੋਂ ਵੱਡਾ ਸਹਿਕਾਰੀ ਬੈਂਕ ਹੈ। ਤੇ ਕੁਝ ਖਬਰਾਂ ਦੇ ਮੁਤਾਬਕ ਨੋਟਬੰਦੀ ਦੇ ਵੇਲੇ ਸਭ ਤੋਂ ਵੱਧ ਜੋ ਨੋਟ ਬਦਲੇ ਗਏ ਸੀ ਉਹ ਇਸ ਸਹਿਕਾਰੀ ਬੈਂਕ ਦੇ ਵਿੱਚ ਹੀ ਬਦਲੇ ਗਏ ਸੀ। ਤੇ ਇਸ ਤੋਂ ਬਾਅਦ ਸ਼ੰਕਰ ਸਿੰਘ ਵਗੇਲਾ ਕੁਝ ਹੋਰ ਨੇਤਾਵਾਂ ਦੇ ਨਾਲ ਮਿਲ ਕੇ ਗੁਜਰਾਤ ਸਰਕਾਰ ਵਿੱਚ ਮੋਦੀ ਦੇ ਵਾਧੇ ਪ੍ਰਭਾਵ ਨੂੰ ਲੈ ਕੇ ਸ਼ਿਕਾਇਤ ਕਰ ਦਿੰਦਾ ਹੈ, ਜਿਸ ਤੋਂ ਬਾਅਦ ਪਾਰਟੀ ਲੀਡਰਸ਼ਿਪ ਮੋਦੀ ਨੂੰ ਗੁਜਰਾਤ ਤੋਂ ਬਾਹਰ ਦਿੱਲੀ ਵਿੱਚ ਭਾਜਪਾ ਦੇ ਮੁੱਖ ਦਫ਼ਤਰ ਦੇ ਵਿੱਚ ਭੇਜ ਦਿੰਦੀ ਹੈ। ਇਸ ਸਮੇਂ ਦੌਰਾਨ 1995 ਤੋਂ ਲੈ ਕੇ 2001 ਤੱਕ ਸ਼ਾਹ ਨੂੰ ਗੁਜਰਾਤ ਵਿੱਚੋਂ ਮੋਦੀ ਦੇ ਮੁਖਬਰ ਵਜੋਂ ਸੇਵਾ ਨਿਭਾਈ ਤੇ ਇੰਨੇ ਸਮੇਂ ਤੱਕ ਮੋਦੀ ਗੁਜਰਾਤ ਦੇ ਵਿੱਚੋਂ ਬਾਹਰ ਰਹਿੰਦੇ ਨੇ। ਤੇ ਫਿਰ 1997 ਦੇ ਵਿੱਚ ਮੋਦੀ ਨੇ ਸਰਖੇਜ਼ ਵਿੱਚ ਗੁਜਰਾਤ ਵਿਧਾਨ ਸਭਾ ਦੀਆਂ ਉਪ ਚੋਣਾਂ ਵਿੱਚ ਸ਼ਾਹ ਲਈ BJP ਦੀ ਟਿਕਟ ਮੰਗੀ ਤੇ ਉਸ ਤੋਂ ਬਾਅਦ ਪੂਰੀ ਵਕਾਲਤ ਕੀਤੀ ਸ਼ਾਹ ਨੂੰ ਕਿ ਇਹ ਟਿਕਟ ਅਮਿਤ ਸ਼ਾਹ ਨੂੰ ਹੀ ਮਿਲਣੀ ਚਾਹੀਦੀ ਹੈ। ਇਸ ਤੋਂ ਬਾਅਦ ਸ਼ਾਹ ਉਪ ਚੋਣਾਂ ਜਿੱਤਣ ਤੋਂ ਬਾਅਦ ਫਰਵਰੀ 1997 ਦੇ ਵਿੱਚ ਵਿਧਾਇਕ ਬਣੇ ਤੇ ਉਸਨੇ 1998 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਵੀ ਆਪਣੀ ਸੀਟ ਨੂੰ ਬਰਕਰਾਰ ਰੱਖਿਆ, ਭਾਵ ਦੂਜੀ ਵਾਰ ਫਿਰ ਉਹਨਾਂ ਨੇ ਇੱਥੋਂ ਆਪਣੀ ਜਿੱਤ ਪ੍ਰਾਪਤ ਕੀਤੀ। ਹੁਣ ਤੁਹਾਨੂੰ ਦੱਸਦੇ ਹਾਂ ਕਿ ਅਮਿਤ ਸ਼ਾਹ ਦੇ ਮੰਤਰੀ ਬਣਨ ਦਾ ਸਫ਼ਰ। ਅਮਿਤ ਸ਼ਾਹ ਨੇ 2002 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਅਹਿਮਦਾਬਾਦ ਦੇ ਸਰਖੇਜ਼ ਹਲਕੇ ਤੋਂ ਚੋਣ ਲੜੀ ਅਤੇ ਇੱਕ ਵਾਰ ਫਿਰ ਜਿੱਤਦੇ ਨੇ ਤੇ ਗੁਜਰਾਤ ਦੇ ਮੁੱਖ ਮੰਤਰੀ ਵਜੋਂ ਨਰਿੰਦਰ ਮੋਦੀ ਦੇ 12 ਸਾਲਾਂ ਦੇ ਕਾਰਜਕਾਲ ਦੌਰਾਨ ਸ਼ਾਹ
ਗੁਜਰਾਤ ਦੇ ਸਭ ਤੋਂ ਵੱਧ ਸ਼ਕਤੀਸ਼ਾਲੀ ਨੇਤਾਵਾਂ ਦੇ ਵਿੱਚ ਗਿਣੇ ਜਾਂਦੇ ਸੀ ਤੇ ਦੱਸ ਦਿੰਦੇ ਆ 2002 ਦੀਆਂ ਚੋਣਾਂ ਜਿੱਤਣ ਤੋਂ ਬਾਅਦ ਉਹ ਮੋਦੀ ਸਰਕਾਰ ਦੀ ਕੈਬਨਿਟ ਦੇ ਵਿੱਚ ਸਭ ਤੋਂ ਛੋਟੀ ਉਮਰ ਦੇ ਮੰਤਰੀ ਸਨ ਤੇ ਉਹਨਾਂ ਦੇ ਕੋਲ ਤਕਰੀਬਨ 12 ਵਿਭਾਗ ਸਨ। ਇਹ ਉਸ ਸਮੇਂ ਦੀ ਗੱਲ ਹੈ ਜਦੋਂ ਨਰਿੰਦਰ ਮੋਦੀ ਗੁਜਰਾਤ ਦੇ ਮੁੱਖ ਮੰਤਰੀ ਸਨ। ਸ਼ਾਹ ਨੇ ਨਰਿੰਦਰ ਮੋਦੀ ਸਰਕਾਰ ਨੂੰ ਗੁਜਰਾਤ ਵਿੱਚ ਫਰੀडम ਆਫ ਰਿਲੀਜਨ ਐਕਟ ਪਾਸ ਕਰਨ ਲਈ ਮਨਾਉਣ ਵਿੱਚ ਵੀ ਅਹਿਮ ਭੂਮਿਕਾ ਨਿਭਾਈ ਸੀ, ਜਿਸ ਨਾਲ ਹਿੰਦੂ ਬਹੁਗਿਣਤੀ ਵਾਲੇ ਗੁਜਰਾਤ ਵਿੱਚ ਧਰਮ ਪਰਿਵਰਤਨ ਕਰਨਾ ਮੁਸ਼ਕਲ ਹੋ ਗਿਆ ਸੀ ਤੇ ਇਸ ਪੂਰੇ ਐਕਟ ਦੇ ਵਿੱਚ ਅਮਿਤ ਸ਼ਾਹ ਦੇ ਵੱਲੋਂ ਇੱਕ ਅਹਿਮ ਭੂਮਿਕਾ ਵੀ ਨਿਭਾਈ ਜਾਂਦੀ ਹੈ। ਇਸ ਤੋਂ ਬਾਅਦ ਗੱਲ ਕਰਾਂਗੇ ਅਮਿਤ ਸ਼ਾਹ ਦੇ ਉੱਪਰ ਲੱਗੇ ਇਲਜ਼ਾਮਾਂ ਦੀ, ਉਹਨਾਂ ਦੇ ਉੱਪਰ ਕਿਹੜੇ-ਕਿਹੜੇ ਇਲਜ਼ਾਮ ਲੱਗਦੇ ਨੇ। 2010 ਦੇ ਵਿੱਚ ਅਮਿਤ ਸ਼ਾਹ ਦੇ ਉੱਪਰ ਇੱਕ ਅਪਰਾਧੀ ਸੌਰਬਦੀਨ ਸ਼ੇਖ, ਉਸ ਦੀ ਪਤਨੀ ਕੇਸਰਬਾਈ ਅਤੇ ਇੱਕ ਹੋਰ ਅਪਰਾਧੀ ਸਹਿਯੋਗੀ ਤੁਲਸੀ ਰਾਮ ਪ੍ਰਜਾਪਤੀ ਦੀ ਗੈਰ ਕਾਨੂੰਨੀ ਹੱਤਿਆਵਾਂ ਨੂੰ ਅੰਜਾਮ ਦੇਣ ਦੇ ਦੋਸ਼ ਲੱਗੇ ਸੀ। CBI ਦੇ ਅਨੁਸਾਰ ਸੌਰਬਦੀਨ ਰਾਜਸਥਾਨ ਦੇ ਕੁਝ ਸੰਗਮਰਮਰ ਵਪਾਰੀਆਂ ਨੂੰ ਭਾਰੀ ਸੁਰੱਖਿਆ ਰਾਸ਼ੀ ਦੀ ਮੰਗ ਕਰਕੇ ਪਰੇਸ਼ਾਨ ਕਰਦਾ ਸੀ। ਤੁਸੀਂ ਸਮਝ ਗਏ ਹੋ ਕਿ ਇਸ ਸੌਰਬਦੀਨ ਸ਼ੇਖ ਦੇ ਵੱਲੋਂ ਕੁਝ ਪੱਥਰ ਦੇ ਵਪਾਰੀਆਂ ਨੂੰ ਧਮਕੀ ਦਿੱਤੀ ਸੀ, ਉਹਨਾਂ ਨੂੰ ਵਪਾਰ ਕਰਨ ਦੇ ਲਈ ਉਹਨਾਂ ਤੋਂ ਹਫ਼ਤਾ ਵਸੂਲਿਆ ਜਾਂਦਾ ਸੀ। ਇਸ ਤੋਂ ਬਾਅਦ CBI ਨੇ ਇੱਕ ਹੋਰ ਦਾਅਵਾ ਕੀਤਾ ਸੀ ਕਿ ਇਸ ਸੰਗਮਰਮਰ ਦੇ 2 ਵਪਾਰੀਆਂ ਨੇ ਸੌਰਬਦੀਨ ਸ਼ੇਖ ਨੂੰ ਖਤਮ ਕਰਨ ਦੇ ਲਈ, ਭਾਵ ਕਿ ਉਸ ਦਾ ਕਤਲ ਕਰਵਾਉਣ ਦੇ ਲਈ ਅਮਿਤ ਸ਼ਾਹ ਨੂੰ ਭੁਗਤਾਨ ਕੀਤਾ ਸੀ, ਕਿ ਉਸ ਨੂੰ ਫਰੌਤੀ ਦਿੱਤੀ ਗਈ ਸੀ ਅਮਿਤ ਸ਼ਾਹ ਨੂੰ। ਇਸ ਤੋਂ ਬਾਅਦ ਅਮਿਤ ਸ਼ਾਹ ਨੇ ਪੁਲਿਸ ਅਧਿਕਾਰੀ DIG ਵਣਜਾਰਾ ਅਤੇ SP ਰਾਜ ਕੁਮਾਰ ਦੇ ਨਾਲ ਮਿਲ ਕੇ ਸੌਰਬਦੀਨ ਸ਼ੇਖ ਨੂੰ ਮਾਰਨ ਦੀ ਯੋਜਨਾ ਬਣਾਈ ਸੀ ਤੇ ਇਸ ਤੋਂ ਬਾਅਦ ਸ਼ਾਹ ਨੇ ਆਪਣੇ ਤੇ ਲੱਗੇ ਇਹਨਾਂ ਸਾਰੇ ਇਲਜ਼ਾਮਾਂ ਨੂੰ ਰਾਜਨੀਤੀ ਤੋਂ ਪ੍ਰੇਰਿਤ ਦੱਸ ਕੇ ਇਹਨਾਂ ਸਾਰੇ ਇਲਜ਼ਾਮਾਂ ਨੂੰ ਰੱਦ ਕਰ ਦਿੱਤਾ ਸੀ। ਇਸ ਤੋਂ ਬਾਅਦ ਅਮਿਤ ਸ਼ਾਹ ਦੇ ਉੱਪਰ ਇੱਕ ਔਰਤ ਦੀ ਕਾਲ ਰਿਕਾਰਡਿੰਗ ਕਰਾਉਣ ਦੇ ਵੀ ਇਲਜ਼ਾਮ ਲੱਗੇ ਸੀ। ਜਦੋਂ 2013 ਦੇ ਵਿੱਚ ਅਮਿਤ ਸ਼ਾਹ ਗੁਜਰਾਤ ਦੇ ਗ੍ਰਹਿ ਮੰਤਰੀ ਸੀ, ਉਸ ਸਮੇਂ ਦੌਰਾਨ ਹੀ 2009 ਦੇ ਵਿੱਚ ਇੱਕ ਔਰਤ ਉੱਤੇ ਗੈਰ ਕਾਨੂੰਨੀ ਨਿਗਰਾਨੀ ਦੇ ਆਦੇਸ਼ ਦੇਣ ਦੇ ਦੋਸ਼ ਲੱਗੇ ਸੀ ਅਤੇ ਜਾਂਚ ਵੈਬਸਾਈਟ ਕੋਬਰਾ ਪੋਸਟ ਅਤੇ ਗੁਲੇਲ ਨੇ ਅਮਿਤ ਸ਼ਾਹ ਅਤੇ ਪੁਲਿਸ ਅਧਿਕਾਰੀ JL ਸਿੰਗਲ ਦੀ ਇੱਕ ਟੇਪ ਰਿਕਾਰਡਿੰਗ ਵਾਇਰਲ ਕੀਤੀ ਸੀ ਤੇ ਕਾਲਾਂ ਵਿੱਚ ਦੱਸਿਆ ਗਿਆ ਸੀ ਕਿ ਔਰਤ ਅਤੇ IAS ਅਧਿਕਾਰੀ ਪ੍ਰਦੀਪ ਸ਼ਰਮਾ ਦਾ ਨਿਰੀਖਣ, ਭਾਵ ਕਿ ਉਹਨਾਂ ਦੀ ਨਿਗਰਾਨੀ ਕੀਤੀ ਜਾ ਰਹੀ ਸੀ ਤੇ ਇਸ ਤੋਂ ਬਾਅਦ ਇਸ ਕਾਲ ਰਿਕਾਰਡਿੰਗ ਦੇ ਵਿੱਚ ਸ਼ਾਹ ਤੋਂ ਵੱਲੋਂ ਵਾਰ-ਵਾਰ ਉੱਚ ਅਧਿਕਾਰੀ ਨੂੰ ਸਾਹਿਬ ਕਹਿ ਕੇ ਬੁਲਾਇਆ ਜਾਂਦਾ ਸੀ, ਪਰ ਉਦੋਂ ਕਹਿੰਦੇ ਸੀ ਕਿ ਸਾਹਿਬ ਨਰਿੰਦਰ ਮੋਦੀ ਨੂੰ ਕਿਹਾ ਜਾਂਦਾ ਸੀ ਤੇ ਇਸ ਤੋਂ ਬਾਅਦ ਹਾਲਿਕਾ ਮਈ 2014 ਦੇ ਵਿੱਚ ਔਰਤ ਨੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਅਤੇ ਕਿਹਾ ਕਿ ਉਸਨੇ ਨਿਗਰਾਨੀ ਇੱਕ ਨਿੱਜੀ ਬੇਨਤੀ ਤੇ ਕੀਤੀ ਗਈ ਸੀ। ਉਸ ਦਾ ਇਹ ਕਹਿਣਾ ਸੀ ਕਿ ਇਹ ਪੂਰੀ ਜੋ ਮੇਰੀ ਨਿਗਰਾਨੀ ਕੀਤੀ ਗਈ ਹੈ ਮੇਰੀ ਬੇਨਤੀ ਤੇ ਕੀਤੀ ਗਈ ਹੈ ਤੇ ਮੇਰੀ ਸੁਰੱਖਿਆ ਕਰਨ ਦੇ ਲਈ ਮੈਂ ਗੁਜਰਾਤ ਸਰਕਾਰ ਦਾ ਧੰਨਵਾਦ ਕਰਦੀ ਹਾਂ। ਇਸ ਤੋਂ ਬਾਅਦ ਅਮਿਤ ਸ਼ਾਹ ਦੀ ਗ੍ਰਿਫਤਾਰੀ ਵੀ ਹੁੰਦੀ ਹੈ। ਦੱਸ ਦਿੰਦੇ ਹਾਂ ਕਿ ਅਮਿਤ ਸ਼ਾਹ ਨੂੰ ਸੌਰਬਦੀਨ ਸ਼ੇਖ ਮਾਮਲੇ ਦੇ ਸਬੰਧ ਵਿੱਚ 25 ਜੁਲਾਈ 2010 ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਸ਼ਾਹ ਨੂੰ 2010 ਤੋਂ ਲੈ ਕੇ 2012 ਤੱਕ ਰਾਜ ਤੋਂ ਜ਼ਬਰਦਸਤੀ ਕੱਢ ਦਿੱਤਾ ਗਿਆ ਸੀ, ਭਾਵ ਕਿ ਉਹਨਾਂ ਦੀ ਗੁਜਰਾਤ ਦੇ ਵਿੱਚ ਐਂਟਰੀ ਬੈਨ ਹੋ ਗਈ ਸੀ, ਉਹ ਗੁਜਰਾਤ ਦੇ ਵਿੱਚ ਆ ਨਹੀਂ ਸਕਦੇ ਸੀ 2010 ਤੋਂ ਲੈ ਕੇ 2012 ਦੇ ਤੱਕ। ਇਸ ਤੋਂ ਬਾਅਦ ਉਹ ਤੇ ਉਹਨਾਂ ਦੀ ਪਤਨੀ ਗੁਜਰਾਤ ਭਵਨ ਦਿੱਲੀ ਦੇ ਵਿੱਚ ਇੱਕ ਕਮਰੇ ਦੇ ਵਿੱਚ ਰਹਿੰਦੇ ਰਹੇ। ਬਾਅਦ ਵਿੱਚ ਸੁਪਰੀਮ ਕੋਰਟ ਨੇ CBI ਦੀ ਪਟੀਸ਼ਨ ਤੇ ਉਸ ਦੀ ਜ਼ਮਾਨਤ ਨੂੰ ਰੱਦ ਕਰ ਦਿੱਤਾ ਸੀ ਤੇ ਸਤੰਬਰ 2012 ਵਿੱਚ ਸੁਪਰੀਮ ਕੋਰਟ ਨੇ ਉਸ ਨੂੰ ਜ਼ਮਾਨਤ ਦੇ ਦਿੱਤੀ ਅਤੇ ਉਸ ਨੂੰ ਗੁਜਰਾਤ ਵਿੱਚ ਵਾਪਸ ਆਉਣ ਦੀ ਇਜਾਜ਼ਤ ਵੀ ਮਿਲ ਗਈ ਤੇ ਫਿਰ ਉਸਨੇ 2012 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਨਾਰਨਪੁਰ ਹਲਕੇ ਤੋਂ ਚੋਣ ਲੜੀ ਅਤੇ ਫਿਰ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ ਤੇ ਇਸ ਤੋਂ ਬਾਅਦ ਫਿਰ ਉਹ ਗੁਜਰਾਤ ਦੇ ਗ੍ਰਹਿ ਮੰਤਰੀ ਬਣਦੇ ਨੇ ਤੇ ਇਸ ਤੋਂ ਬਾਅਦ ਉਹਨਾਂ ਦੇ ਉੱਪਰ ਸਨੂਪਗੇਟ ਇੱਕ ਔਰਤ ਦੀ ਕਾਲ ਰਿਕਾਰਡਿੰਗ ਨੂੰ ਲੈ ਕੇ ਵੀ ਇਲਜ਼ਾਮ ਲੱਗਦੇ ਸੀ। ਸੌਰਬਦੀਨ ਸ਼ੇਖ ਫੇਕ ਇਨਕਾਊਂਟਰ ਮਾਮਲੇ ਦੇ ਵਿੱਚ 2014 ਦੇ ਵਿੱਚ ਪੂਰੀ ਸੁਣਵਾਈ ਸ਼ੁਰੂ ਹੁੰਦੀ ਹੈ। ਪਹਿਲਾਂ ਤਾਂ ਇਸ ਦੀ ਸੁਣਵਾਈ ਕਰ ਰਹੇ ਪਹਿਲੇ ਜੱਜ ਦਾ ਤਬਾਦਲਾ ਕਰ ਦਿੱਤਾ ਜਾਂਦਾ ਹੈ। ਇਸ ਤੋਂ ਬਾਅਦ ਦੂਸਰਾ ਜੱਜ ਸੀ ਲੋਇਆ, ਉਹਨਾਂ ਦੇ ਵੱਲੋਂ ਕਈ ਸਾਰੀਆਂ ਤਰੀਕਾਂ ਨਿਸ਼ਚਿਤ ਕੀਤੀਆਂ ਗਈਆਂ ਕਿ ਅਮਿਤ ਸ਼ਾਹ ਸਰੀਰਕ ਤੌਰ ਤੇ ਅਦਾਲਤ ਦੇ ਵਿੱਚ ਪੇਸ਼ ਹੋਵੇ, ਪਰ ਉਹ ਪੇਸ਼ ਨਹੀਂ ਹੁੰਦੇ। ਫਿਰ 20 ਦਸੰਬਰ 2014 ਨੂੰ ਇੱਕ ਪੱਕੀ ਤਰੀਕ ਨਿਸ਼ਚਿਤ ਕੀਤੀ ਜਾਂਦੀ ਹੈ ਕਿ ਅਮਿਤ ਸ਼ਾਹ ਨੂੰ ਹੁਣ ਅਦਾਲਤ ਦੇ ਵਿੱਚ ਆਉਣਾ ਹੀ ਪਏਗਾ। ਪਰ ਇਤਫਾਕ ਦੀ ਗੱਲ ਹੈ ਕਿ 30 ਨਵੰਬਰ 2014 ਨੂੰ ਜੱਜ ਲੋਇਆ ਦੀ ਮੌਤ ਹੋ ਜਾਂਦੀ ਹੈ ਤੇ ਰਿਪੋਰਟਾਂ ਦੇ ਵਿੱਚ ਕਿਹਾ ਗਿਆ ਸੀ ਕਿ ਉਹਨਾਂ ਦੀ ਮੌਤ ਹਾਰਟ ਅਟੈਕ ਦੇ ਨਾਲ ਹੋਈ ਹੈ, ਪਰ ਉਹਨਾਂ ਦੇ ਪਰਿਵਾਰ ਦੇ ਵਿੱਚ ਇਸ ਤੋਂ ਪਹਿਲਾਂ ਕੋਈ ਵੀ ਮੌਤ
ਹਾਰਟ ਅਟੈਕ ਦੇ ਨਾਲ ਨਹੀਂ ਹੋਈ ਸੀ। ਇਸ ਤੋਂ ਬਾਅਦ ਤੀਸਰੇ ਜੱਜ ਨੇ ਇਸ ਪੂਰੇ ਮਾਮਲੇ ਦੀ ਸੁਣਵਾਈ ਸ਼ੁਰੂ ਕੀਤੀ, ਪਰ ਕੁਝ ਮਹੀਨਿਆਂ ਦੇ ਬਾਅਦ ਹੀ ਅਮਿਤ ਸ਼ਾਹ ਨੂੰ ਇਸ ਪੂਰੇ ਮਾਮਲੇ ਦੇ ਵਿੱਚੋਂ ਬਰੀ ਕਰ ਦਿੱਤਾ ਜਾਂਦਾ ਹੈ ਤੇ ਫਿਰ 2017 ਦੇ ਵਿੱਚ ਕਾਰਵਿਨ ਨੇ ਜੱਜ ਲੋਇਆ ਦੀ ਫੈਮਿਲੀ ਦੇ ਨਾਲ ਇੱਕ ਇੰਟਰਵਿਊ ਕੀਤਾ ਤੇ ਇਸ ਪੂਰੀ ਮੌਤ ਤੋਂ ਉਹਨਾਂ ਦੇ ਪਰਿਵਾਰ ਨੇ ਇਨਕਾਰ ਕੀਤਾ ਕਿ ਉਹਨਾਂ ਦੀ ਜੋ ਮੌਤ ਸੀ ਉਹ ਹਾਰਟ ਅਟੈਕ ਦੇ ਨਾਲ ਨਹੀਂ ਹੋਈ ਸੀ। ਪਰਿਵਾਰ ਨੇ ਕਿਹਾ ਸੀ ਕਿ ਮਨਮਰਜ਼ੀ ਦਾ ਫੈਸਲਾ ਲੈਣ ਲਈ ਉਹਨਾਂ ਦੇ ਉੱਪਰ ਦਬਾਅ ਪਾਇਆ ਗਿਆ। 2017 ਦੇ ਵਿੱਚ ਕਾਰਵਿਨ ਮੈਗਜ਼ੀਨ ਦੇ ਵੱਲੋਂ ਜੱਜ ਲੋਇਆ ਦੇ ਪਰਿਵਾਰ ਦਾ ਇੱਕ ਇੰਟਰਵਿਊ ਕੀਤਾ ਗਿਆ ਸੀ, ਜਿਸ ਦੇ ਵਿੱਚ ਉਹਨਾਂ ਦੇ ਪਰਿਵਾਰ ਦਾ ਕਹਿਣਾ ਸੀ ਕਿ ਜੱਜ ਲੋਇਆ ਦੀ ਮੌਤ ਹਾਰਟ ਅਟੈਕ ਦੇ ਨਾਲ ਨਹੀਂ ਹੋਈ, ਪਰ ਉਹਨਾਂ ਨੇ ਕਈ ਹੋਰ ਇਲਜ਼ਾਮ ਵੀ ਲਗਾਏ ਸੀ। ਉਹਨਾਂ ਦਾ ਕਹਿਣਾ ਸੀ ਕਿ ਉਹਨਾਂ ਦੇ ਉੱਪਰ ਦਬਾਅ ਸੀ ਮਨਮਰਜ਼ੀ ਦਾ ਫੈਸਲਾ ਲੈਣ ਦੇ ਲਈ ਤੇ ਜੱਜ ਲੋਇਆ ਨੂੰ 1000 ਕਰੋੜ ਰੁਪਏ ਵੀ ਆਫਰ ਕੀਤੇ ਗਏ ਸੀ ਮਨਮਰਜ਼ੀ ਦਾ ਫੈਸਲਾ ਲੈਣ ਦੇ ਲਈ, ਪਰ ਜੱਜ ਲੋਇਆ ਨੇ ਸਭ ਤੋਂ ਇਨਕਾਰ ਕਰ ਦਿੱਤਾ ਸੀ ਤੇ ਉਹਨਾਂ ਦੀ ਹਾਰਟ ਅਟੈਕ ਦੇ ਨਾਲ ਮੌਤ ਦੱਸੀ ਜਾਂਦੀ ਹੈ। ਇਸ ਤੋਂ ਬਾਅਦ ਤੇ ਜੱਜ ਲੋਇਆ ਦੀ ਮੌਤ ਨੂੰ ਲੈ ਕੇ ਵੀ ਕਈ ਤਰ੍ਹਾਂ ਦੇ ਸਵਾਲ ਖੜੇ ਹੁੰਦੇ ਨੇ ਤੇ ਜੱਜ ਲੋਇਆ ਦੀ ਮੌਤ ਤੋਂ ਬਾਅਦ ਜਦੋਂ ਇਸ ਪੂਰੇ ਮਾਮਲੇ ਦਾ ਜੱਜ ਬਦਲ ਜਾਂਦਾ ਹੈ ਤਾਂ ਉਹ ਜੱਜ ਦੇ ਵੱਲੋਂ ਕੁਝ ਸਮੇਂ ਬਾਅਦ ਹੀ ਅਮਿਤ ਸ਼ਾਹ ਨੂੰ ਇਸ ਪੂਰੇ ਮਾਮਲੇ ਤੋਂ ਬਰੀ ਕਰ ਦਿੱਤਾ ਜਾਂਦਾ ਹੈ। ਹੁਣ ਤੁਹਾਨੂੰ ਦੱਸਦੇ ਜਦੋਂ 2014 ਤੋਂ ਬਾਅਦ ਕੇਂਦਰੀ ਰਾਜਨੀਤੀ ਦੇ ਵਿੱਚ ਅਮਿਤ ਸ਼ਾਹ ਸਰਗਰਮ ਹੁੰਦੇ ਨੇ। ਉਹਨਾਂ ਦੇ ਪਾਰਟੀ ਪ੍ਰਧਾਨ ਬਣਨ ਤੋਂ ਬਾਅਦ 10 ਕਰੋੜ ਮੈਂਬਰਾਂ ਦੇ ਨਾਲ 2015 ਦੇ ਵਿੱਚ ਭਾਜਪਾ ਦੁਨੀਆ ਦੀ ਸਭ ਤੋਂ ਵੱਡੀ ਪੋਲੀਟੀਕਲ ਪਾਰਟੀ ਬਣ ਜਾਂਦੀ ਹੈ ਤੇ 2014 ਤੋਂ ਲੈ ਕੇ 2016 ਦੇ ਦੌਰਾਨ ਉਹਨਾਂ ਦੀ ਅਗਵਾਈ ਦੇ ਵਿੱਚ ਭਾਜਪਾ ਨੇ ਮਹਾਰਾਸ਼ਟਰ, ਹਰਿਆਣਾ, ਜੰਮੂ ਕਸ਼ਮੀਰ, ਝਾਰਖੰਡ, ਅਸਾਮ ਵਿੱਚ ਵਿਧਾਨ ਸਭਾ ਚੋਣਾਂ ਦੇ ਵਿੱਚ ਸਫਲਤਾ ਹਾਸਲ ਕੀਤੀ। ਇਸ ਤੋਂ ਬਾਅਦ 2017 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਉਹਨਾਂ ਨੇ ਉੱਤਰ ਪ੍ਰਦੇਸ਼ ਦੇ ਵਿੱਚ ਵੀ ਭਾਜਪਾ ਦੀ ਸਰਕਾਰ ਬਣਾਈ ਤੇ ਇਸ ਤੋਂ ਬਾਅਦ ਅਮਿਤ ਸ਼ਾਹ ਨੂੰ 21ਵੀਂ ਸਦੀ ਦਾ ਚਣਕਿਆ ਕਹਿ ਕੇ ਵੀ ਬੁਲਾਇਆ ਜਾਣ ਲੱਗਿਆ। ਤੇ ਹੁਣ ਤੁਹਾਨੂੰ ਦੱਸਦੇ ਹਾਂ ਕਿ ਉਹਨਾਂ ਦੀ ਨਿੱਜੀ ਜ਼ਿੰਦਗੀ ਕਿਹੋ ਜਿਹੀ ਹੈ। ਅਮਿਤ ਸ਼ਾਹ ਦਾ ਵਿਆਹ ਸੋਨਲ ਸ਼ਾਹ ਦੇ ਨਾਲ ਹੁੰਦਾ ਹੈ ਤੇ ਇਸ ਜੋੜੇ ਦਾ ਇੱਕ ਪੁੱਤਰ ਹੈ ਜਿਸ ਦਾ ਨਾਮ ਜੈ ਸ਼ਾਹ ਹੈ। ਸ਼ਾਹ ਆਪਣੀ ਮਾਂ ਦੇ ਬਹੁਤ ਹੀ ਨਜ਼ਦੀਕ ਸੀ, ਜਿਸ ਦੀ 8 ਜੂਨ 2010 ਨੂੰ ਇੱਕ ਬਿਮਾਰੀ ਦੇ ਕਾਰਨ ਮੌਤ ਹੋ ਗਈ ਸੀ। ਸ਼ਾਹ ਦੇ ਨੇੜਲੇ ਲੋਕਾਂ ਨੇ ਉਹਨਾਂ ਨੂੰ ਇੱਕ ਅਜਿਹਾ ਵਿਅਕਤੀ ਦੱਸਿਆ ਜੋ ਬੜਾ ਪਬਲਿਕ ਭਾਵ ਕਿ ਨਿੱਜੀ ਜ਼ਿੰਦਗੀ ਨੂੰ ਪਸੰਦ ਕਰਦਾ ਹੈ। ਤੁਹਾਨੂੰ ਅਮਿਤ ਸ਼ਾਹ ਦੀ ਇਹ ਸਟੋਰੀ ਭਾਵ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਇਹ ਸਟੋਰੀ ਕਿਸ ਤਰ੍ਹਾਂ ਦੀ ਲੱਗੀ, ਸਾਨੂੰ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦੇਣਾ। ਅਜਿਹੀਆਂ ਹੋਰ ਰਿਪੋਰਟਾਂ ਦੇ ਲਈ ਜੁੜੇ ਰਹੋ RMB ਟੈਲੀਵਿਜ਼ਨ ਦੇ ਨਾਲ। ਧੰਨਵਾਦ।